ਜਿਹੜੇ ਮੋਟਾਪੇ ਦੇ ਸ਼ਿਕਾਰ ਲੋਕ ਹੁੰਦੇ ਆ ਉਹਨਾਂ ਨੂੰ ਘਰਾੜੇ ਤੰਗ ਕਰਦੇ ਆ। ਉਹਨਾਂ ਨੂੰ ਚਲੋ ਨਾ ਕਰਦੇ, ਹੁਣ ਲੋਕਾਂ ਨੂੰ ਤੰਗ ਕਰਦੇ ਆ ਵੀ ਇਹਦਾ ਕਿੰਨਾ ਕੁ ਖਤਰਾ ਹੁੰਦਾ, ਇਹ ਘਰਾੜੇ ਰੁਕ ਸਕਦੇ ਆ। ਜਦੋਂ ਆਪਣਾ ਖੇਤਰਫਲ ਵੱਧਦਾ ਹੈ ਤੇ ਵਜਨ ਸਿਰਫ ਥੱਲੇ ਹੀ ਨਹੀਂ ਵੱਧਦਾ, ਗਰਦਨ ਤੇ ਸਾਹ ਵਾਲੇ ਰਸਤਿਆਂ 'ਚ ਵੀ ਵੱਧ ਜਾਂਦਾ ਹੈ। ਜਦੋਂ ਸਾਹ ਰੁਕਦਾ ਬੰਦੇ ਦਾ ਤੇ ਬੰਦਾ ਉਹ ਰੁਕਦੇ ਸਾਹ ਨਾਲ ਕਈ ਲੋਕ ਆਪਣੇ ਘਰਾੜਿਆਂ ਨਾਲ ਆਪ ਹੀ ਉੱਡ ਜਾਂਦੇ। ਜਦੋਂ ਵਜ਼ਨ 25 ਤੋਂ 50 ਕਿਲੋ ਐਕਸੈਸ 'ਚ ਹੋਏ, ਉਹਦੇ ਨਾਲ ਬਿਮਾਰੀਆਂ ਹੋਣ, ਤਾਂ ਡੈਫੀਨੇਟਲੀ ਇਹ ਆਪਰੇਸ਼ਨਸ ਫਾਇਦਾ ਦਿੰਦੇ ਹੈ। ਜੇ ਤੁਸੀਂ ਆਪਦੇ ਕਿੱਤੇ ਦੇ ਵਿੱਚ ਹੀ ਇਮਾਨਦਾਰੀ ਨਾਲ ਸੋਚ ਕੇ ਦੱਸੋ ਵੀ ਯਾਰ 5 ਸਾਲ ਪਹਿਲਾਂ ਲੋਕਾਂ ਦਾ ਇਸ ਸਰਜਰੀ ਵੱਲ ਕਿੰਨਾ ਕੁ ਰੁਝਾਨ ਸੀ ਤੇ 5 ਵਰਿਆਂ ਦੇ ਵਿੱਚ ਹੁਣ ਕਿੰਨਾ ਕੁ ਵਧਿਆ। ਹਿੰਦੁਸਤਾਨ ਦੇ ਵਿੱਚ ਇਹ ਜਿਹੜੇ ਆਪਰੇਸ਼ਨਸ ਹੈ ਸਾਲ ਦੇ ਲਗਭਗ 15,000 ਤੋਂ ਉੱਪਰ ਹੋ ਰਹੇ ਨੇ। 90% ਲੋਕ ਵੀ ਆਪਣੇ ਆਪ ਨੂੰ ਦਿਨ ਦੇ 24 ਘੰਟਿਆਂ 'ਚੋਂ 10% 24 ਮਿੰਟ ਆਪਣੀ ਹੈਲਥ ਲਈ ਨਹੀਂ ਦੇ ਪਾਉਂਦੇ। ਬਿਲਕੁਲ ਸਹੀ ਹੈ। ਕਈ ਲੋਕ ਕਹਿੰਦੇ ਕਿ ਅਸੀਂ ਡਾਕਟਰ ਸਾਹਿਬ ਪਾਣੀ ਵੀ ਸਾਨੂੰ ਲੱਗਦਾ ਹੈ। ਦੈਟ ਮੀਨਸ ਕਿ ਉਹ ਕੁਝ ਵੀ ਨਾਰਮਲ ਖਾਣਾ ਵੀ ਖਾਂਦੇ ਹੈ, ਉਹਨਾਂ ਨੂੰ ਉਹ ਖਾਣਾ ਡਾਈਜੈਸਟ ਹੋਣ ਦੀ ਬਜਾਏ ਚਰਬੀ 'ਚ ਤਬਦੀਲ ਹੋ ਜਾਂਦਾ ਹੈ। ਇੱਕ ਵਾਰੀ ਭਾਰ ਘਟ ਗਿਆ, ਹਾਂਜੀ, ਤੇ ਫਿਰ ਦੁਬਾਰਾ ਕਦੇ ਵੀ ਪਹਿਲਾਂ ਵਾਂਗੂ ਮੋਟਾਪਾ ਨਹੀਂ ਆਊਗਾ। ਆਪਰੇਸ਼ਨ ਤੋਂ 1-2 ਮਹੀਨੇ ਤੋਂ ਬਾਅਦ ਹਫਤੇ 'ਚ ਆਪਾਂ 3 ਵਾਰ ਗਲਾਸੀ ਖੜਕਾ ਲਈਏ, ਥੋੜੀ ਕੁਆਂਟੀਟੀ ਖੜਕਾਈਏ, ਇੱਕ ਦਿਨ ਗੈਪ ਪਾਈਏ। ਅਲਟੀਮੇਟਲੀ ਉਹ ਗਲਾਸੀ ਜਦੋਂ ਖੜਕਦੀ ਬਾਹਰ ਹੈ, ਖੜਕਾਉਂਦੀ ਸਰੀਰ ਨੂੰ ਅੰਦਰੋਂ ਹੈ। ਹਾਂ, ਅਸੀਂ ਇਸ ਪ੍ਰੋਗਰਾਮ ਦੇ ਤਹਿਤ ਡਾਕਟਰ ਅਮਿਤ ਸੂਦ, ਜਿਹੜੇ ਕਿ ਕੋਸਮਿਕ ਸਰਜੀਕਲ ਸੈਂਟਰ ਤੋਂ ਨੇ, ਜਿਹੜੇ ਕਿ ਸ਼ਮਕ ਵਰਗਾ ਸਰੀਰ ਬਣਾਉਣ ਦੇ ਵਿੱਚ ਮਾਹਰ ਆ, ਜਿਹੜੇ ਕਿ ਖੇਤਰਫਲ ਜਿਹਦਾ ਵੱਧ ਗਿਆ ਤੇ ਆਲਾ ਦੁਆਲਾ ਜਿਹੜਾ ਕਾਫੀ ਘੇਰਦੇ ਸਾਥੀ, ਉਹਨਾਂ ਨੂੰ ਤੰਦਰੁਸਤੀ ਦੇ ਵੱਲ ਤੋਰਨ ਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਆ। ਪਹਿਲਾਂ ਵੀ ਕਈ ਵਾਰ ਮੁਲਾਕਾਤ ਕੀਤੀ ਆ, ਅੱਜ ਇੱਕ ਵਾਰ ਫਿਰ ਉਹ ਹਾਜ਼ਰ ਆ। ਪੁੱਛਣਾ ਮੇਰੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਆ ਵੀ ਭਾਈ ਜਿਹੜੇ ਬੰਦੇ ਮੋਟਾਪੇ ਦੇ ਸ਼ਿਕਾਰ ਜ਼ਿਆਦਾ ਹੋ ਜਾਂਦੇ ਆ, ਅਸਲ ਦੇ ਵਿੱਚ ਇਹਨਾਂ ਸਮੱਸਿਆਵਾਂ ਦਾ ਉਹਨੂੰ ਪਤਾ ਜਿਹੜੇ ਕਿ ਮੋਟਾਪੇ ਦੇ ਸ਼ਿਕਾਰ ਆ, ਤੇ ਜਿਹੜੇ ਨਹੀਂ ਤੇ ਉਹਨਾਂ ਨੂੰ ਐਂ ਲੱਗਦਾ ਹੋ ਵੀ ਯਾਰ ਇਹ ਵੀ ਕੋਈ ਵਿਸ਼ਾ, ਪਰ ਵਿਸ਼ਾ ਉਹਦੇ ਲਈ ਹੁੰਦਾ ਵੱਡਾ ਜਿਹੜਾ ਉਸ ਪੀੜ ਦੇ ਵਿੱਚੋਂ ਲੰਘ ਰਿਹਾ ਹੋਵੇ। ਤੇ ਜਿਹੜੇ ਲੋਕ ਮੋਟੇ ਆ, ਮੋਟਾਪੇ ਦੇ ਸ਼ਿਕਾਰ ਆ, ਉਹਨਾਂ ਦੀ ਜ਼ਿੰਦਗੀ ਕਈ ਤਰ੍ਹਾਂ ਦੇ ਰੋਗਾਂ ਦੇ ਨਾਲ ਭਿੜਦੀ ਹੈ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਔਖਿਆਈਆਂ ਆਉਂਦੀਆਂ ਸਮੇਂ-ਸਮੇਂ ਤੇ। ਘਰਾੜੇ ਬਹੁਤ ਖਤਰਨਾਕ ਮਾਰਦੇ ਆ, ਤੇ ਮੈਂ ਵੀ ਕਈ ਵਾਰੀ ਡਰ ਜਾਂਦਾ ਵੀ ਯਾਰ ਹੈ ਆਹ ਕੀ ਗੱਲ ਬਣ ਗਈ। ਮੈਂ ਤੁਹਾਨੂੰ ਇੱਕ ਕਿੱਸਾ ਵੀ ਦੱਸੂੰਗਾ। ਸੋ ਪਹਿਲਾਂ ਆਪਾਂ ਡਾਕਟਰ ਅਮਿਤ ਸੂਦ ਦਾ ਸਵਾਗਤ ਕਰਦੇ ਹਾਂ ਤੇ ਫਿਰ ਅਗਲੀ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਈਮ ਏਸ਼ੀਆ ਦੇ ਵਿਊਅਰਸ ਨੂੰ, ਤੇ ਟੈਨਾ ਜੀ ਨੇ ਜਿਨ੍ਹਾਂ ਨੇ ਸਵੇਰੇ ਅੱਜ ਟਾਈਮ ਕੱਢਿਆ ਮੇਰੀ ਇਹ ਛੋਟੀ ਜਿਹੀ ਇੰਟਰਵਿਊ ਲਈ, ਤੇ ਤਾਂ ਕਿ ਤੁਹਾਡੇ ਸਾਰਿਆਂ ਕੋਲ ਇਹ ਮੈਸੇਜ ਪਹੁੰਚੇ ਕਿ ਕਿਵੇਂ ਆਪਾਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ ਤੇ ਇੱਕ ਚੰਗੀ ਜ਼ਿੰਦਗੀ ਜੀ ਸਕਦੇ ਹਾਂ। ਡਾਕਟਰ ਸਾਹਿਬ, ਮੈਂ ਨਾ ਅੱਜ ਮੇਰਾ ਮਨ ਕਰਦਾ ਵੀ ਇੰਟਰਵਿਊ ਤਾਂ ਚਲੋ ਰਵਾਇਤੀ ਗੱਲਾਂ ਹੁੰਦੀਆਂ ਵੀ ਉੱਦਾਂ ਐਂ ਜੇ ਬੈਠ ਕੇ ਗੱਲ ਕਰੀਏ ਵੀ ਜਿਵੇਂ ਡਰਾਇੰਗ ਰੂਮ 'ਚ ਬੈਠੇ ਹੁੰਦੇ ਆ, ਜਿਵੇਂ ਮੰਜਿਆਂ ਦੇ ਉੱਤੇ ਬੈਠ ਕੇ ਤੇ ਪਿੰਡਾਂ ਦੇ ਵਿੱਚ ਗੱਲਾਂ ਬਾਤਾਂ ਕਰਦੇ ਆ। ਮੈਂ ਨਾ ਪਿੱਛੇ ਜੇ ਗਿਆ ਬਾਹਰਲੇ ਦੇਸ਼, ਤੇ ਜਹਾਜ਼ ਦੇ ਵਿੱਚ ਬੈਠੇ ਤੇ ਵੱਖ-ਵੱਖ ਤਰ੍ਹਾਂ ਦੇ ਸੱਜਣ ਹੁੰਦੇ ਆ, ਭੈਣਾਂ ਵੀਰ ਹੁੰਦੇ ਆ। ਇੱਕ ਸੱਜਣ ਦਾ ਖੇਤਰਫਲ ਖਾਸਾ ਸੀ ਬਈ, ਉਹਨੇ ਕਿਤੇ ਘਰਾੜਾਂ ਦੀ ਨੇਰੀ ਲਿਆਂਦੀ ਫੂੰ ਇਦਾਂ। ਤੇ ਫਿਰ ਕਈ ਲੋਕਾਂ ਨੇ ਇਹ ਗੱਲ ਕਹੀ 에ਅਰ ਹੋਸਟਸ ਨੂੰ ਵੀ ਇਹਨਾਂ ਨੂੰ ਜਾਂ ਤਾਂ ਚੁੱਪ ਕਰਾ ਲਓ ਤੇ ਜਾਂ ਕਿਰਪਾ ਕਰਕੇ ਕਿਤੇ ਵਿਹਲੀ ਜੀ ਕੁਰਸੀ ਤੇ ਲੈ ਜਾਓ। ਪਰ ਮਜਬੂਰੀ ਸੀ, ਜਹਾਜ਼ ਪੂਰਾ ਫੁੱਲ ਬਟਾ ਫੁੱਲ ਸੀਗਾ। ਮੇਰਾ ਸਵਾਲ ਇਹ ਆ ਵੀ ਜਿਹੜੇ ਮੋਟਾਪੇ ਦੇ ਸ਼ਿਕਾਰ ਲੋਕ ਹੁੰਦੇ ਆ, ਉਹਨਾਂ ਨੂੰ ਘਰਾੜੇ ਤੰਗ ਕਰਦੇ ਆ। ਉਹਨਾਂ ਨੂੰ ਚਲੋ ਨਾ ਕਰਦੇ, ਹੁਣ ਲੋਕਾਂ ਨੂੰ ਤੰਗ ਕਰਦੇ ਆ ਵੀ ਇਹਦਾ ਕਿੰਨਾ ਕੁ ਖਤਰਾ ਹੁੰਦਾ, ਇਹ ਘਰਾੜੇ ਰੁਕ ਸਕਦੇ ਆ, ਇਹ ਮੋਟਾਪੇ ਨਾਲ ਹੀ ਸੰਬੰਧਿਤ ਆ, ਕੀ ਕਹਿਣਾ ਚਾਹੋਗੇ? ਬੇਸਿਕਲੀ ਜਿਹੜੇ ਘਰਾੜੇ ਹੈਗੇ ਹੈ, ਜਦੋਂ ਆਪਣਾ ਖੇਤਰਫਲ ਵੱਧਦਾ ਹੈ ਤੇ ਵਜਨ ਸਿਰਫ ਥੱਲੇ ਹੀ ਨਹੀਂ ਵੱਧਦਾ, ਗਰਦਨ ਤੇ ਸਾਹ ਵਾਲੇ ਰਸਤਿਆਂ 'ਚ ਵੀ ਵੱਧ ਜਾਂਦਾ। ਇੱਥੇ ਵੀ ਹੁੰਦਾ ਸਾਰਾ, ਇੱਥੇ ਵੱਧ ਗਿਆ, ਇੱਥੇ ਵੱਧ ਗਿਆ, ਇੱਥੇ ਵੱਧ ਗਿਆ, ਬਹੁਤ ਇੱਥੇ ਵਜਨ ਹੋ ਜਾਂਦਾ ਹੈ। ਹੁਣ ਉਹ ਜਦੋਂ ਵਜਨ ਵੱਧ ਜਾਂਦਾ ਹੈ, ਹੁਣ ਜਿਵੇਂ ਆਪਾਂ ਬੈਠੇ ਸਾਹ ਲੈ ਰਹੇ ਹਾਂ, ਜਦੋਂ ਆਪਾਂ ਸੌਂ ਨਹੀਂ ਰਹੇ, ਜਦੋਂ ਆਪਾਂ ਜਾਗ ਰਹੇ ਹਾਂ, ਆਪਣਾ ਸਾਹ ਆਪਣੇ ਕੰਟਰੋਲ 'ਚ ਹੁੰਦਾ। ਪਰ ਜਦੋਂ ਆਪਾਂ ਸੌਂ ਜਾਂਦੇ ਹਾਂ, ਉਹ ਸਾਹ ਜਿਹੜਾ ਹੈਗਾ ਆਪਣੇ ਕੰਟਰੋਲ 'ਚ ਨਹੀਂ ਰਹਿੰਦਾ, ਉਹ ਆਟੋਮੈਟਿਕ ਚਲਾ ਜਾਂਦਾ, ਆਟੋ ਗੇਅਰ ਲੱਗ ਜਾਂਦਾ, ਉਹ ਦਿਮਾਗ ਕੰਟਰੋਲ ਕਰਦਾ। ਪਰ ਉਹਦੇ 'ਚ ਇਹ ਹੁੰਦਾ ਹੈ ਕਿ ਜਦੋਂ ਦਿਮਾਗ ਕੰਟਰੋਲ ਕਰਦਾ ਹੈ, ਸਾਡੀ ਜਿਹੜੀ ਜਾਗਣ 'ਤੇ ਜਿਹੜੀ ਅਸੀਂ ਜ਼ੋਰ ਲਗਾਉਂਦੇ ਹਾਂ ਸਾਹ ਲੈਣ ਲਈ, ਉਹ ਜਿਹੜੀ ਕੈਪੈਸਿਟੀ ਹੁੰਦੀ ਹੈ ਉਹ ਘਟ ਜਾਂਦੀ ਹੈ। ਕਿਉਂਕਿ ਆਟੋ ਮੋਡ 'ਚ ਚਲਾ ਗਿਆ ਜਦੋਂ ਜਹਾਜ਼, ਤੇ ਸਾਡਾ ਜ਼ੋਰ ਨਹੀਂ ਲੱਗਿਆ,
ਤੇ ਜਿਹੜਾ ਇੰਨੀ ਚਰਬੀ ਗਰਦਨ ਦੇ ਨੇੜੇ ਤੇੜੇ ਜਾਂ ਸਾਹ ਵਾਲੇ ਰਸਤਿਆਂ 'ਚ ਜੰਮੀ ਹੁੰਦੀ ਹੈ, ਉਹ ਜਿਹੜੀ ਸਾਹ ਵਾਲੀ ਨਾਲੀ ਨੂੰ ਦਬਾ ਦਿੰਦੀ ਹੈ ਜਦੋਂ ਆਪਾਂ ਸੌਂ ਜਾਂਦੇ ਹਾਂ ਜਾਂ ਸੌਣ ਦੀ ਪ੍ਰੋਸੈਸ 'ਚ ਹੁੰਦੇ ਹਾਂ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਉਹਦੇ ਨਾਲ ਕੀ ਹੁੰਦਾ ਹੈ, ਜਦੋਂ ਉਹ ਸਾਹ ਵਾਲੀ ਨਾਲੀ ਜਦੋਂ ਦਬ ਜਾਂਦੀ ਹੈ, ਤੇ ਜਦੋਂ ਹੁਣ ਤੁਸੀਂ ਇੱਕ ਦੇਖਿਆ ਹੋਵੇਗਾ ਆਪਣਾ ਮੇਲਿਆਂ ਤੇ ਉਹ ਪੀਪਣੀ ਹੁੰਦੀ ਹੈ ਜਿਹਦੇ 'ਚ ਗੁਬਾਰਾ ਲੱਗਿਆ ਹੁੰਦਾ ਹੈ। ਹੁਣ ਜੇ ਮੰਨ ਲਓ ਉਹਦੇ 'ਚ ਤੁਸੀਂ ਹਵਾ ਚਲਾਉਂਦੇ ਆ, ਉਹ ਪੜਰ ਪੜਰ ਦੀ ਆਵਾਜ਼ ਆਉਂਦੀ ਹੈ, ਬਿਲਕੁਲ ਉਹੀ ਸਾਹ ਜਿਹੜੀ ਸਾਡੀ ਨਾਲੀ ਹੈ, ਜਦੋਂ ਉਹ ਬੰਦ ਹੋ ਜਾਂਦੀ ਹੈ, ਜਦੋਂ ਉਹਦੇ 'ਚੋਂ ਅਸੀਂ ਸਾਹ ਲੈਂਦੇ ਹਾਂ ਤੇ ਉਹ ਆਵਾਜ਼ ਕਰਦੀ ਹੈ, ਜਿਹਨੂੰ ਅਸੀਂ ਘਰਾੜੇ ਕਹਿ ਦਿੰਦੇ ਹਾਂ। ਬਿਲਕੁਲ ਸਹੀ। ਇਹ ਤਾਂ ਚਲੋ ਇੱਕ ਗੱਲ ਹੋ ਗਈ। ਹੁਣ ਗੱਲ ਇਹ ਹੈ ਕਿ ਇਹਦਾ ਖਤਰਾ, ਜਿਨ੍ਹਾਂ ਲੋਕਾਂ ਦਾ ਵਜ਼ਨ ਜ਼ਿਆਦਾ ਹੈ ਉਹਨਾਂ 'ਚ ਘਰਾੜਿਆਂ ਦੀ ਪ੍ਰੋਬਲਮ ਇਹ ਹੈ, ਇੱਕ ਤਾਂ ਚਲੋ ਉਹਨਾਂ ਦੇ ਨਾਲਦਿਆਂ ਦੀ ਤਾਂ ਗੱਲ ਇੱਕ ਹੈਗੀ ਹੈ ਕਿ ਸਾਰੇ ਪਰੇਸ਼ਾਨ ਹੁੰਦੇ ਹੈ। ਮੇਰੇ ਕੋਲ ਕਈ ਇਹੋ ਜਿਹੇ ਮਰੀਜ਼ ਆਉਂਦੇ ਹੈ ਜਿਨ੍ਹਾਂ ਨੂੰ ਘਰਾੜਿਆਂ ਲਈ ਮਸ਼ੀਨਾਂ ਲੱਗੀਆਂ ਹੁੰਦੀਆਂ। ਫਿਰ ਕੋਈ ਲੋਕ ਕਈ ਵਾਰ ਐਂ ਦੱਸਦੇ ਹੈ ਕਿ ਡਾਕਟਰ ਸਾਹਿਬ ਸਾਨੂੰ ਤਾਂ ਕਮਰਾ ਅੱਡ ਦਿੱਤਾ ਹੋਇਆ, ਸਾਡੇ ਨਾਲ ਤਾਂ ਕੋਈ ਸੌਂ ਹੀ ਨਹੀਂ ਸਕਦਾ। ਤੀਜੀ ਗੱਲ ਲੋਕ ਦੱਸਦੇ ਹੈ, ਸਰ ਅਸੀਂ ਸੌਂਦੇ ਹਾਂ, ਹਰ ਥੋੜ੍ਹੀ ਦੇਰ ਬਾਅਦ ਉੱਠ ਜਾਂਦੇ ਹਾਂ ਅਤੇ ਬੈਠ ਕੇ ਸੌਂਦੇ ਹਾਂ, ਜਾਂ ਕਦੇ ਲੰਬੇ ਪੂਰਾ ਪੈ ਕੇ ਹੀ ਨਹੀਂ ਦੇਖਿਆ। ਕਿਉਂਕਿ ਜਦੋਂ ਸਾਹ ਰੁਕਦਾ ਬੰਦੇ ਦਾ, ਤੇ ਬੰਦਾ ਉਹ ਰੁਕਦੇ ਸਾਹ ਨਾਲ ਕਈ ਲੋਕ ਆਪਣੇ ਘਰਾੜਿਆਂ ਨਾਲ ਆਪ ਹੀ ਉੱਡ ਜਾਂਦੇ। ਸੋ ਇਹਦਾ ਨੁਕਸਾਨ ਕੀ ਹੈ? ਇਹਦਾ ਨੁਕਸਾਨ ਇਹ ਹੈ ਕਿ ਜਦੋਂ ਸਮਝੋ ਕਿ ਆਪਣੀ ਸਾਹ ਵਾਲੀ ਨਾਲੀ ਜਦੋਂ ਬੰਦ ਹੋ ਰਹੀ ਹੈ ਬਾਰ-ਬਾਰ, ਦੈਟ ਮੀਨਸ ਕਿ ਜਿਹੜਾ ਆਪਣਾ ਆਕਸੀਜਨ ਅੰਦਰ ਲੈਣ ਦਾ ਸਿਸਟਮ ਹੈ, ਆਪਾਂ ਸਾਹ ਖਿੱਚਦੇ ਹਾਂ, ਆਪਾਂ ਨੂੰ ਆਕਸੀਜਨ ਚਾਹੀਦੀ ਹੈ, ਆਕਸੀਜਨ ਦੇ ਨਾਲ ਹੀ ਸਭ ਕੁਝ ਹੈ, ਉਹ ਆਕਸੀਜਨ ਅੰਦਰ ਜਾਣੀ ਬੰਦ ਹੋ ਜਾਂਦੀ ਹੈ। ਆਕਸੀਜਨ ਬੰਦ ਹੋ ਗਈ, ਪਹਿਲੀ ਗੱਲ, ਇੱਕ 70 ਕਿਲੋ ਦੇ ਸਰੀਰ ਨੂੰ ਜਿਹੜੀ ਆਕਸੀਜਨ ਚਾਹੀਦੀ ਹੈ ਤੇ ਇੱਕ 1.25 ਕੁਇੰਟਲ ਦੇ ਸਰੀਰ ਨੂੰ ਆਕਸੀਜਨ ਚਾਹੀਦੀ ਹੈ। 1.25 ਕੁਇੰਟਲ 'ਚ ਵੈਸੀ ਆਕਸੀਜਨ ਦੀ ਲੋੜ ਜ਼ਿਆਦਾ, ਫੇਫੜੇ ਆਪਣੇ ਉਨੇ ਹੀ ਰਹਿ ਗਏ, ਸਰੀਰ ਵੱਧ ਗਿਆ, ਤੇ ਪਹਿਲਾਂ ਵੀ ਆਪਣੀ ਕੈਪੈਸਿਟੀ ਤਾਂ ਪੂਰੀ ਨਹੀਂ ਹੋ ਰਹੀ ਛੋਟੇ ਫੇਫੜਿਆਂ ਨਾਲ, ਸਿਰਫ ਆਪਣਾ ਖੇਤਰਫਲ ਹੀ ਵਧਿਆ, ਤੇ ਹੁਣ ਉੱਪਰੋਂ ਘਰਾੜੇ ਲੱਗ ਗਏ। ਤੋ ਪਹਿਲਾਂ ਆਕਸੀਜਨ ਵੈਸੀ ਘਟੀ, ਘਰਾੜਿਆਂ ਨੇ ਹੋਰ ਬੰਦ ਕਰਤਾ, ਤੇ ਬੰਦੇ ਦੇ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਆਪਣੇ ਬਲੱਡ ਦੇ ਵਿੱਚ ਕਾਰਬਨ ਡਾਈਆਕਸਾਈਡ ਵੱਧਦੀ ਹੈ, ਇਹ ਆਪਣੇ ਦਿਮਾਗ ਨੂੰ ਅਸਰ ਕਰਦੀ ਹੈ। ਲੱਗਦਾ ਹੈ ਕਿ ਸਾਰੀ ਰਾਤ ਅਸੀਂ 10 ਘੰਟੇ ਸੁੱਤੇ, ਪਰ ਸਾਰਾ ਦਿਨ ਨੀਂਦ ਆਉਂਦੀ ਰਹਿੰਦੀ ਹੈ। 2 ਮਿੰਟ ਲੱਗੇ ਬੰਦਾ ਸੌਂ ਜਾਂਦਾ ਹੈ, ਘੂਕੀ ਚੜ੍ਹਦੀ ਹੈ। ਯੈਸ। ਸੋ ਦੈਟ ਮੀਨਸ ਕਿ 8 ਘੰਟੇ 10 ਘੰਟੇ ਰਾਤੀ ਸੌਣ ਦੇ ਬਾਵਜੂਦ ਸਾਡੀ ਨੀਂਦ ਨਹੀਂ ਪੂਰੀ ਹੋਈ, ਸਾਨੂੰ ਚੰਗੀ ਆਕਸੀਜਨ ਨਹੀਂ ਮਿਲੀ। ਉਹਦਾ ਨੁਕਸਾਨ ਕੀ ਹੁੰਦਾ ਹੈ ਕਿ ਕਾਰਬਨ ਡਾਈਆਕਸਾਈਡ ਦੇ ਨਾਲ ਲੌਂਗ ਟਰਮ ਦੇ ਵਿੱਚ ਸਾਡੇ ਦਿਮਾਗ ਦੇ ਸੰਤੁਲਨ ਖਰਾਬ ਹੋ ਜਾਂਦਾ ਹੈ। ਕਾਰਬਨ ਡਾਈਆਕਸਾਈਡ ਜ਼ਿਆਦਾ ਵਧਣ ਨਾਲ ਹਾਰਟ 'ਤੇ ਫਰਕ ਪੈਂਦਾ ਹੈ, ਲੋਕਾਂ ਨੂੰ ਸਡਨ ਕਾਰਡਿਕ ਅਰੈਸਟ ਆ ਜਾਂਦੀ ਹੈ ਕਿ ਕਹਿੰਦੇ ਸੁੱਤੇ ਸੁੱਤੇ ਕੋਈ ਚਲਾ ਗਿਆ। ਅੱਛਾ। ਯੈਸ, ਸਟ੍ਰੋਕਸ ਹੁੰਦੀਆਂ, ਜਿਵੇਂ ਜਿਹਨੂੰ ਅਸੀਂ ਪੈਰਾਲਿਸਿਸ ਕਹਿ ਦਿੰਦੇ ਹਾਂ। ਸੋ ਲੌਂਗ ਟਰਮ ਦੇ ਵਿੱਚ ਕਾਰਬਨ ਡਾਈਆਕਸਾਈਡ ਵਧਣਾ ਸਰੀਰ ਨੂੰ ਖਤਰਾ ਹੀ ਦਿੰਦਾ ਹੈ, ਤੇ ਜਿਹੜੀਆਂ ਇਹ ਅਟੈਕ ਦਿੰਦਾ ਹੈ, ਉਹ ਅਟੈਕ ਇੱਕ ਵਾਰ ਆਉਂਦਾ, ਉਹਦਾ ਰਿਟਰਨ ਨਹੀਂ ਹੁੰਦਾ। ਸੋ ਯੈਸ, ਸੋ ਜੇ ਆਪਾਂ ਮੰਨ ਲਓ ਕਿ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਇਹ ਪਤਲੇ ਹੋ ਜਾਣ, ਵਜਨ ਆਪਣੇ ਕੰਟਰੋਲ 'ਚ ਆ ਜਾਣ, ਘਰਾੜੇ ਬੰਦ ਹੋ ਜਾਣ, ਜਿਨ੍ਹਾਂ ਦੇ ਕੋਲੇ ਮਸ਼ੀਨਾਂ ਛੁੱਟ ਜਾਂਦੀਆਂ, ਤੇ ਆਪਣੇ ਆਪ ਲਾਈਫ ਜਿਹੜੀ ਹੈ ਵੱਧ ਜਾਂਦੀ ਹੈ। ਬਹੁਤ ਹੋ। ਮਸ਼ੀਨ ਵਾਲਾ ਕੀ ਮਾਜਰਾ ਬਈ? ਮਸ਼ੀਨ ਕਿਵੇਂ ਬਈ ਉਹ ਨੱਕ ਤੇ ਲੱਗਦੀ ਹੈ ਜਾਂ ਕੀ ਹੁੰਦਾ ਇਹ? ਮਸ਼ੀਨ ਐ ਹੁੰਦਾ, ਹੁਣ ਜਿਵੇਂ ਮੰਨ ਲਓ ਕਿਸੇ ਨੂੰ ਘਰਾੜੇ ਸ਼ੁਰੂ ਹੋਏ, ਉਹ ਡਾਕਟਰ ਕੋਲੇ ਗਿਆ। ਹੁਣ ਡਾਕਟਰ ਦੇ ਕੋਲੇ 2 ਤਰੀਕੇ ਹੈ, ਜਿਨ੍ਹਾਂ ਦਾ ਵਜਨ ਜ਼ਿਆਦਾ ਹੈ। ਡਾਕਟਰ ਕੋਲੇ 2 ਤਰੀਕੇ ਹੈ, ਜਾਂ ਤਾਂ ਡਾਕਟਰ ਕਹੂਗਾ ਕਿ ਤੁਸੀਂ ਵਜਨ ਘਟਾਓ, ਥੋੜੀ ਐਕਸਰਸਾਈਜ਼ ਕਰੋ, ਥੋੜਾ ਡਾਈਟ ਠੀਕ ਰੱਖੋ, ਜੇ ਨਹੀਂ ਹੁੰਦਾ ਕਿਸੇ ਸਪੈਸ਼ਲਿਸਟ ਨੂੰ ਮਿਲੋ। ਜਾਂ ਸੌਖਾ ਤਰੀਕਾ ਇਹ ਹੈ ਵੀ ਆਹ ਮਸ਼ੀਨ ਪਈ ਹੈ ਸਾਡੇ ਕੋਲੇ, ਆਹ ਖਰੀਦ ਲਓ। ਅੱਛਾ। ਆਹ ਮਸ਼ੀਨ ਲੈ ਲਓ। ਲੋਕਾਂ ਨੂੰ ਲੱਗਦਾ ਹੈ ਕਿ ਚਲੋ ਇੱਕ ਵਾਰ ਲੈ ਲੈਂਦੇ ਹਾਂ, ਫਿਰ ਮਸ਼ੀਨ ਦੀ ਆਦਤ ਪੈ ਜਾਂਦੀ ਹੈ, ਉਹ ਮਸ਼ੀਨ ਨੱਕ 'ਤੇ ਲੱਗ ਜਾਂਦੀ ਹੈ। ਜਦੋਂ ਤੁਸੀਂ ਰਾਤੀ ਸੌਣਾ ਹੈ, ਬਿਜਲੀ ਨਾਲ ਮਸ਼ੀਨ ਚੱਲਦੀ ਹੈ, ਉਹਨੇ ਤੁਹਾਨੂੰ ਜ਼ੋਰ ਨਾਲ ਸਾਹ ਦੇਣਾ। ਅੱਛਾ। ਕਿਉਂਕਿ ਤੁਹਾਡਾ ਜਦੋਂ ਸੁੱਤੇ ਆਪਾਂ ਕਹਿੰਦੇ ਆਟੋਮੈਟਿਕ ਜਦੋਂ ਗੱਡੀ ਹੋ ਜਾਂਦੀ ਹੈ, ਇੰਨੀ ਕੈਪੈਸਿਟੀ ਨਹੀਂ ਹੁੰਦੀ ਸਰੀਰ ਦੀ ਕਿ ਉਹ ਸਾਹ ਖਿੱਚ ਪਾਏ, ਤਾਂ ਹੀ ਘਰਾੜੇ ਵੱਜਦੇ ਹੈ। ਤੇ ਇਹ ਮਸ਼ੀਨ ਜ਼ੋਰ ਨਾਲ ਪੰਪ ਕਰਦੀ ਹੈ ਬੰਦੇ ਨੂੰ, ਤਾਂ ਕਿ ਜਿਹੜੀ ਅੰਦਰ ਦੀ 에ਅਰ ਪੈਸੇਜ ਹੈ ਉਹ ਬੰਦ ਨਾ ਹੋਏ, ਉਹ ਖੁੱਲ੍ਹਿਆ ਰਹਿ ਜੇ, ਤੇ ਨੀਂਦ ਪੂਰੀ ਹੋ ਜੇ, ਤੇ ਕਾਰਬਨ ਡਾਈਆਕਸਾਈਡ ਨਾ ਵਧੇ। ਬਟ ਜਦੋਂ ਇੱਕ ਵਾਰ ਮਸ਼ੀਨ ਲੱਗ ਜਾਂਦੀ ਹੈ, ਇਹ ਜਲਦੀ ਉਤਰਦੀ ਨਹੀਂ। ਜੇ ਨਹੀਂ ਉਤਰਦੀ ਤੇ ਲੌਂਗ ਟਰਮ 'ਚ ਲੋਕੀ ਮਸ਼ੀਨ 'ਤੇ ਡਿਪੈਂਡੈਂਟ ਹੋ ਜਾਂਦੇ ਹੈ। ਤੇ ਕਿਤੇ ਵੀ ਲੋਕੀ, ਬਹੁਤ ਪੇਸ਼ੈਂਟਸ ਹੈ ਮੇਰੇ ਕੋਲ ਆਉਂਦੇ, ਕਹਿੰਦੇ ਡਾਕਟਰ ਸਾਹਿਬ ਅਸੀਂ ਹੁਣ ਕਿਸੇ ਦੇ ਘਰ ਵੀ ਜਾਣਾ ਹੈ, ਪਹਿਲਾਂ ਇਹ ਦੇਖਦੇ ਹੈ ਕਿ ਇਨਵਰਟਰ ਹੈਗਾ ਕਿ ਨਹੀਂ ਹੈਗਾ, ਜਨਰੇਟਰ 'ਚ ਤੇਲ ਮੁੱਕ ਜੇ ਰਾਤੀ। ਇਹ ਬੜੀ ਵੱਡੀ ਗੱਲ ਹੈ ਇਹ। ਯੈਸ, ਇਹ ਪ੍ਰੋਬਲਮਸ ਆਉਂਦੀਆਂ ਲੋਕਾਂ ਨੂੰ। ਸੋ ਇਵੈਂਚੁਅਲੀ ਬਹੁਤ ਪੇਸ਼ੈਂਟਸ ਜਿਨ੍ਹਾਂ ਨੂੰ ਅਸੀਂ ਸਫਲ, ਜਿਨ੍ਹਾਂ ਦਾ ਇਲਾਜ ਹੋਇਆ, ਉਹਨਾਂ ਦੀ ਅਸੀਂ ਮਸ਼ੀਨਾਂ ਵੀ ਉਤਰਵਾ ਦਿੰਦੇ ਹਾਂ, ਉਹ ਮੁੜ ਕੇ ਫਿਰ ਜਿਸ ਡਾਕਟਰ ਤੋਂ ਲੈਂਦੇ ਉਹਨੇ ਵਾਪਸ ਕਰ ਆਉਂਦੇ ਜਾ ਕੇ। ਬਹੁਤ ਖੂਬ।
ਇਹ ਦੱਸੋ ਕਿ ਦੀਵਾਲੀ ਦੇ ਦਿਨ ਆਉਣ ਵਾਲੇ ਆ, ਹਾਂਜੀ ਨਵਾਂ ਸਾਲ ਚੜੂਗਾ ਕੁਝ ਮਹੀਨਿਆਂ ਬਾਅਦ, ਤੇ ਬੰਦਾ ਚਾਹੁੰਦਾ ਕਿ ਯਾਰ ਮੈਂ ਹੁਣ ਫਿੱਟ ਫੁੱਟ ਜੇ ਹੋਵਾਂ, ਮਾੜਾ ਜਾ ਕੋਈ ਲੱਗਾ ਕਿਸੇ ਬਿਲਕੁਲ ਤਕੜਾ ਜਿਹਾ ਲੱਗਾ, ਬਿਲਕੁਲ ਐਂ ਲੱਗਾ ਵੀ ਭਾਈ ਮੁੰਡਾ ਖੁੰਡਾ ਜਾ। ਹਾਂਜੀ ਤੇ ਉਹਦੇ ਲਈ ਫਿਰ ਜੇਕਰ ਇਸ ਵਕਤ ਅੱਜ ਤੋਂ ਮੰਨ ਲਓ ਬੰਦਾ ਮਿਹਨਤ ਕਰਨੀ ਸ਼ੁਰੂ ਕਰਦਾ, ਜਾਂ ਸੈਰ ਦੇ ਰੂਪ ਦੇ ਵਿੱਚ, ਜਾਂ ਤੁਹਾਡੇ ਨਾਲ ਸੰਪਰਕ ਦੇ ਰੂਪ ਦੇ ਵਿੱਚ, ਵੀ ਭਾਈ ਮੈਂ ਸਰਜਰੀ ਕਰਾਉਣੀ ਆ, ਤਾਂ ਫਿਰ ਕਿੰਨੀ ਕੁ ਦੇਰ ਦੇ ਵਿੱਚ ਉਹ ਆਪਦੇ ਮਨਚਾਹੇ ਨਤੀਜੇ ਦੇ ਉੱਤੇ ਪਹੁੰਚ ਜਾਂਦਾ? ਦੇਖੋ, ਜੇ ਇਹ ਪ੍ਰੋਬਲਮਸ ਹੈਗੀਆਂ ਵਜਨ ਦੀ ਤੇ ਵਜਨ ਦੇ ਨਾਲ ਬਿਮਾਰੀਆਂ ਦੀ, ਜੇ ਆਪਾਂ ਕਰੀਏ 5-7-10 ਕਿਲੋ ਦੀ ਆਪਾਂ ਜੇ ਗੱਲ ਕਰੀਏ, ਉਹ ਤਾਂ ਜੇ ਆਪਾਂ ਚੰਗੀ ਡਾਈਟ ਤੇ ਐਕਸਰਸਾਈਜ਼ ਕਰੀਏ ਤੇ 5-10 ਕਿਲੋ ਲਈ ਮੈਂ ਕਦੇ ਵੀ ਕਿਸੇ ਨੂੰ ਆਪਰੇਸ਼ਨ ਰਿਕਮੈਂਡ ਨਹੀਂ ਕਰਦਾ। ਮੇਰੇ ਕੋਲੇ ਕਈ ਵਾਰ ਲੋਕ ਆ ਵੀ ਜਾਂਦੇ ਆ ਜਿਨ੍ਹਾਂ ਨੇ ਮੇਰੇ ਤੋਂ ਆਪਰੇਸ਼ਨਸ ਕਰਵਾਏ ਹੁੰਦੇ ਆ, ਜਿਨ੍ਹਾਂ ਨੇ ਰਿਜ਼ਲਟ ਦੇਖਿਆ ਹੁੰਦਾ, ਉਹ ਮੈਨੂੰ ਕਹਿੰਦੇ ਡਾਕਟਰ ਸਾਹਿਬ ਆ ਲਓ ਪੈਸੇ, ਬਟ ਨਾਰਮਲੀ ਫਿਰ ਵੀ ਆਪਣਾ ਇੱਕ ਸਾਡਾ ਪ੍ਰੋਫੈਸ਼ਨਲ ਇੱਕ ਅੰਡਰਸਟੈਂਡਿੰਗ ਹੈ, ਇੱਕ ਕਮਿਟਮੈਂਟ ਹੈ ਲੋਕਾਂ ਨੂੰ ਲੈ ਕੇ, ਉਹਨਾਂ ਦਾ ਹੀ ਆਪਰੇਸ਼ਨ ਕਰਨਾ ਚਾਹੀਦਾ ਜਿਨ੍ਹਾਂ ਨੂੰ ਉਹਦੇ ਨਾਲ ਫਾਇਦਾ ਹੈ। ਸਹੀ। ਤੇ ਪਰ ਜਦੋਂ ਵਜ਼ਨ 25 ਤੋਂ 50 ਕਿਲੋ ਐਕਸੈਸ 'ਚ ਹੋਏ, ਉਹਦੇ ਨਾਲ ਬਿਮਾਰੀਆਂ ਹੋਣ, ਤਾਂ ਡੈਫੀਨੇਟਲੀ ਇਹ ਆਪਰੇਸ਼ਨਸ ਫਾਇਦਾ ਦਿੰਦੇ ਹੈ। ਜਿਹੜੇ ਲੋਕ ਬਾਹਰੋਂ ਆਉਂਦੇ ਹੈ ਉਹ ਹਫਤੇ 10 ਦਿਨ ਦੇ ਅੰਦਰ ਆਪਰੇਸ਼ਨ ਕਰਾ ਕੇ ਜਹਾਜ਼ ਚੜ੍ਹ ਕੇ ਵਾਪਸ ਪਹੁੰਚ ਜਾਂਦੇ ਹੈ। ਉਹਨਾਂ ਦਾ ਇੰਡੀਆ ਦੇ ਵਿੱਚ ਸਟੇ 10 ਦਿਨਾਂ ਤੋਂ ਜ਼ਿਆਦਾ ਸਾਨੂੰ ਲੋੜ ਨਹੀਂ ਪੈਂਦੀ। ਸੋ ਇਹ ਬੜੀ ਵਧੀਆ ਗੱਲ ਆ। ਇਹ ਆਪਦੇ ਕਿੱਤੇ ਦੀ ਇਮਾਨਦਾਰੀ ਵਾਲੀ ਗੱਲ ਵੀ ਹੈ ਵੀ ਜੇਕਰ 10 ਕਿਲੋ ਤੱਕ ਭਾਰ ਭਾਈ ਵਧਿਆ ਹੋਇਆ ਤਾਂ ਪੈਸੇ ਵੀ ਨਾ ਲਾਓ ਤੇ ਚੀਰਾ ਵੀ ਨਾ ਲਵਾਓ। ਬਿਲਕੁਲ। ਉਹਦੇ ਲਈ ਤੁਸੀਂ ਸੈਰ ਕਰੋ, ਖਾਣ ਪੀਣ ਤੇ ਥੋੜਾ ਜਿਹਾ ਕਾਬੂ ਰੱਖੋ। ਮੈਨੂੰ ਹੁਣ ਕਈ ਸੱਜਣ ਕਹਿ ਦਿੰਦੇ ਆ ਵੀ ਤੇਰਾ ਭਾਰ ਕਾਫੀ ਘਟ ਗਿਆ, ਕੀ ਖਾਣਾ? ਮੈਂ ਕਹਿੰਦਾ ਵੀ ਖਾਣਾ ਹੀ ਨਹੀਂ ਕੁਛ ਤਾਂ ਘਟਦਾ। ਵੀ ਜੇ ਆਪਾਂ ਕਹੀਏ ਵੀ ਕੀ ਖਾਣਾ, ਖਾਵਾਂਗੇ ਤਾਂ ਫੇਰ ਵਧੂ, ਬਸ ਚੁਣ ਕੇ ਖਾਣਾ, ਥੋੜਾ ਜਿਹਾ ਨਾ ਕਰਨਾ ਸਿੱਖਣਾ। ਤੇ ਮੈਂ ਮਾੜਾ ਜਿਹਾ ਸਿੱਖਾਂ ਤੇ ਮਾੜਾ ਜਿਹਾ ਠੀਕ ਜਿਹਾ ਲੱਗਦਾ ਹੁਣ। ਬਿਲਕੁਲ। ਬਾਕੀ ਇਹ ਹੁੰਦਾ ਹੈ ਕਿ ਜਿਵੇਂ ਕਈ ਲੋਕ ਕੰਟਰੋਲ ਕਰ ਪਾਉਂਦੇ ਹੈ ਜਿਨ੍ਹਾਂ ਦਾ ਬੋਡੀ ਦਾ ਮੈਟਾਬੋਲਿਜ਼ਮ ਇਹ ਹੁੰਦਾ ਹੈ ਕਿ ਜੋ ਵੀ ਆਪਾਂ ਚੀਜ਼ ਖਾਂਦੇ ਹੈ ਉਹ ਬੋਡੀ 'ਚ ਕਿਵੇਂ ਪਚ ਰਹੀ ਹੈ। ਅਲਟੀਮੇਟਲੀ ਜਿਸ ਨੂੰ ਆਪਾਂ ਡਾਈਜੈਸ਼ਨ ਤੇ ਮੈਟਾਬੋਲਿਜ਼ਮ ਕਹੀਏ, ਕਈ ਲੋਕ ਕਹਿੰਦੇ ਕਿ ਅਸੀਂ ਡਾਕਟਰ ਸਾਹਿਬ ਪਾਣੀ ਵੀ ਸਾਨੂੰ ਲੱਗਦਾ ਹੈ। ਦੈਟ ਮੀਨਸ ਕਿ ਉਹ ਕੁਛ ਵੀ ਨਾਰਮਲ ਖਾਣਾ ਵੀ ਖਾਂਦੇ ਹੈ, ਉਹਨਾਂ ਨੂੰ ਉਹ ਖਾਣਾ ਡਾਈਜੈਸਟ ਹੋਣ ਦੀ ਬਜਾਏ ਚਰਬੀ 'ਚ ਤਬਦੀਲ ਹੋ ਜਾਂਦਾ ਹੈ। ਜਦੋਂ ਆਪਣਾ ਨਾਰਮਲ ਖਾਣਾ ਡਾਈਜੈਸਟ ਹੋਣ ਦੀ ਬਜਾਏ ਮੈਟਾਬੋਲਿਜ਼ਮ 'ਚ ਕਨਵਰਟ ਹੋਣ ਦੀ ਬਜਾਏ ਚਰਬੀ 'ਚ ਬਣਨ ਲੱਗ ਜੇ, ਤਾਂ ਫਿਰ ਲੋਕਾਂ ਨੂੰ ਕਹਿੰਦੇ ਪਾਣੀ ਵੀ ਸਾਨੂੰ ਲੱਗਣ ਲੱਗ ਗਿਆ, ਜੋ ਵੀ ਅਸੀਂ ਖਾਂਦੇ ਪੀਂਦੇ ਹਾਂ ਉਹ ਚਰਬੀ ਬਣ ਰਹੀ ਹੈ। ਉਹਨਾਂ ਦੇ ਵਿੱਚ ਇਹ ਜਿਹੜੇ ਆਪਰੇਸ਼ਨਸ ਹੈ ਇਹ ਵਰਦਾਨ ਹੈ। ਇਹ ਕੀ ਕਰਦੇ ਹੈ, ਇਹ ਅੰਦਰੋਂ ਸਿਸਟਮ ਥੋੜਾ ਚੇਂਜ ਕਰ ਦਿੰਦੇ ਹੈ ਕਿ ਖਾਣਾ ਆਪਾਂ ਜਿਹੜਾ ਖਾਈਏ ਉਹ ਪਚੇ, ਡਾਈਜੈਸਟ ਹੋਏ, ਚਰਬੀ ਨਾ ਬਣੇ। ਤੇ ਇਹ ਸਾਇੰਸ ਨੇ ਸਾਨੂੰ ਇੰਨਾ ਤਰੱਕੀ ਸਾਇੰਸ ਨੇ ਕਰ ਲਈ ਹੈ ਕਿ ਸਾਨੂੰ ਸਾਇੰਸ ਨੇ ਹੁਣ ਇਹ ਦੱਸਿਆ ਕਿ ਬਈ ਅਸੀਂ ਆਪਣੀ ਨੌਲੇਜ ਲੋਕਾਂ ਦੀ ਹੈਲਥ ਲਈ ਤੇ ਉਹਨਾਂ ਦੇ ਫਿਊਚਰ ਲਈ ਕਿਵੇਂ ਉਹਨਾਂ ਨੂੰ ਅਸੀਂ ਹੈਲਪ ਕਰ ਸਕਦੇ ਹਾਂ, ਜਿਹਦੇ 'ਚ ਡਾਈਜੈਸ਼ਨ ਨੂੰ ਵਾਪਸ ਲੈ ਕੇ ਆਈਏ ਜਿੱਥੋਂ ਜਿਹੜੀ ਉਹ ਚੀਜ਼ ਬਣੀ ਹੈ, ਜਿਹੜੀ ਕੁਦਰਤ ਨੇ ਬਣਾਈ ਹੈ। ਪਰ ਵਿਦ ਟਾਈਮ ਲੋਕੀ ਕਈ ਇਹ ਵੀ ਕਹਿ ਦਿੰਦੇ ਹੈ ਕਿ ਡਾਕਟਰ ਸਾਹਿਬ ਇਹ ਤਾਂ ਕੁਦਰਤ ਦੀ ਦੇਣ ਹੈ, ਸਾਡਾ ਸਰੀਰ ਕੁਦਰਤ ਦੀ ਦੇਣ ਹੈ, ਅਸੀਂ ਕੁਦਰਤ ਦੇ ਨਾਲ ਛੇੜਖਾਨੀ ਨਹੀਂ ਕਰਨੀ। ਪਰ ਜੇ ਕੁਦਰਤ ਦੇ ਨਾਲ ਛੇੜਖਾਨੀ ਤਾਂ ਕੀਤੀ ਜਿਹੜੀ ਖਾ ਕੇ ਆਪਾਂ ਵਧਾਇਆ ਹੈ, ਉਹ ਹੁਣ ਕੀ ਹੋ ਗਿਆ ਕਿ ਕੁਦਰਤ ਦੇ ਵਿੱਚ ਵੀ ਬਹੁਤ ਚੇਂਜਸ ਆ ਗਏ। ਹੁਣ ਆਪਾਂ ਗਲੋਬਲ ਵਾਰਮਿੰਗ ਕਹੀਏ, ਹੁਣ ਆਪਾਂ ਕੋਵਿਡ ਕਹੀਏ, ਤੇ ਜਿਹੜਾ এনवायरमेंट ਰੱਬ ਨੇ ਅੱਜ ਤੋਂ ਸੈਂਚੁਰੀਜ਼ ਪਹਿਲਾਂ ਬਣਾਇਆ ਸੀਗਾ, ਉਹ ਕਹਿੰਦੇ ਆ ਅਸੀਂ ਸਾਰਿਆਂ ਨੇ ਮਿਲ ਜੁਲ ਕੇ ਸਾਰਿਆਂ ਦੀ ਕੀਤੀ ਨਾਲ ਉਹ এনवायरमेंट ਥੋੜਾ ਜਿਹਾ ਹੁਣ ਟੌਕਸਿਕ ਹੋ ਗਿਆ। ਠੀਕ ਹੈ, ਉਹਦੇ ਵਿੱਚ ਟੌਕਸਿਕ ਹੋਣ ਦੇ ਨਾਲ ਸਾਡਾ ਜਿਹੜਾ ਲਾਈਫ ਸਟਾਈਲ ਚੇਂਜ ਹੋਇਆ ਹੈ, ਸਾਡੇ ਜਿਹੜੇ ਜੀਨਸ ਚੇਂਜ ਹੋਏ ਹੈ, ਉਹਦੇ ਨਾਲ ਸਾਡਾ ਮੈਟਾਬੋਲਿਜ਼ਮ ਵੀ ਖਰਾਬ ਹੋ ਗਿਆ ਹੈ, ਡਾਈਜੈਸ਼ਨ ਵੀ ਖਰਾਬ ਹੋ ਗਿਆ ਹੈ। ਤੇ ਜੇ ਥੋੜੀ ਜੀ ਡਾਈਟ ਤੇ ਐਕਸਰਸਾਈਜ਼ ਨਾਲ weight ਨਹੀਂ ਘਟ ਰਿਹਾ ਤੇ ਇਹ ਆਪਰੇਸ਼ਨਸ ਸਾਡੇ ਮੈਟਾਬੋਲਿਜ਼ਮ ਨੂੰ ਵਾਪਸ ਠੀਕ ਕਰ ਦਿੰਦੇ ਹੈ ਤੇ ਖਾਣਾ ਪਚਦਾ ਹੈ, ਖਾਣਾ ਚਰਬੀ 'ਚ ਕਨਵਰਟ ਨਹੀਂ ਹੁੰਦਾ ਤੇ ਜਿਹੜੀ ਚਰਬੀ ਹੈ ਉਹ ਹੌਲੀ ਹੌਲੀ ਸਾਰੀ ਖਤਮ ਹੋ ਜਾਂਦੀ ਹੈ। ਇੱਕ ਦੱਸੋ ਵੀ ਜਦੋਂ ਆਪਾਂ ਪਿਛਲੀ ਵਾਰੀ ਇੰਟਰਵਿਊ ਕੀਤੀ ਨਾ, ਮੈਨੂੰ ਇੱਕ ਸੱਜਣ ਦਾ ਫੋਨ ਆਇਆ, ਕਹਿੰਦਾ ਵੀ ਮੈਂ ਚਾਹੁੰਦਾ ਕਿ ਆਪਣੀ ਸਰਜਰੀ ਕਰਵਾ ਲਾਂ, ਪਰ ਕਹਿੰਦਾ ਵੀ ਮੈਨੂੰ ਗਲਾਸੀ ਖੜਕਾਉਣ ਦੀ ਵੀ ਆਦਤ ਆ, ਵੀ ਮੈਂ ਗਲਾਸੀ ਬਿਨਾਂ ਸਾਰ ਨਹੀਂ ਸਕਦਾ। ਕਹਿੰਦਾ ਵੀ ਮੰਨ ਲਓ ਮੈਂ ਕਰਵਾ ਲੈਣਾ, ਪਤਲਾ ਵੀ ਹੋ ਜਾਣਾ, ਗਲਾਸੀ ਛੱਡਦਾ ਨਹੀਂ, ਤੇ ਕਿਤੇ ਇਹ ਤਾਂ ਮੈਂ ਫੇਰ ਪਹਿਲਾਂ ਵਾਲੀ ਥਾਂ ਤੇ ਆ ਜਾਊਂ। ਓਕੇ, ਦੇਖੋ ਮੇਰੇ ਕੋਲ ਲੋਕੀ ਆਉਂਦੇ ਆ, ਇਹ ਤਾਂ ਬਹੁਤ ਕਾਮਨ ਚੀਜ਼ ਹੈ ਆਪਣੇ ਪੰਜਾਬ 'ਚ, ਤੇ ਕਿਤੇ ਵੀ ਆਪਾਂ ਚਲੇ ਜਾਈਏ, ਕਿਉਂਕਿ ਦੇਖੋ ਬੰਦੇ ਨੇ ਇੱਕ ਸੋਸ਼ਲ ਲਾਈਫ ਵੀ ਹੈ, ਲੇਡੀਜ਼ ਦੀ ਵੀ ਹੈਗੀ ਹੈ, ਬੰਦਿਆਂ ਦੀ ਵੀ ਹੈਗੀ ਹੈ, ਸੋਸ਼ਲ ਲਾਈਫ ਹੈ। ਹੁਣ ਗਲਾਸੀ ਵਾਲਾ ਕੰਮ ਇਹ ਹੈ, ਹੁਣ ਮੇਰੇ ਕੋਲੇ ਪੇਸ਼ੈਂਟ ਆਉਂਦੇ ਹੈ, ਉਹ ਮੈਂ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਕਿੰਨੀ ਪੀਂਦੇ ਹੈ। ਹਫਤੇ 'ਚ 2-3 ਵਾਰ ਤਾਂ ਵੈਸੇ ਵੀ ਕੋਈ ਗਲਾਸੀ ਖੜਕਾਉਣ ਨੂੰ ਕੋਈ ਪ੍ਰੋਬਲਮ ਨਹੀਂ ਹੈ। ਅੱਛਾ, ਜੇ ਆਪਾਂ ਕਹੀਏ, ਮੈਂ ਲੋਕਾਂ ਨੂੰ ਰਿਕਮੈਂਡ ਕਰਦਾ ਹਾਂ ਕਿ ਆਪਰੇਸ਼ਨ ਤੋਂ ਬਾਅਦ ਜੋ ਤੁਹਾਡਾ weight ਘਟੇ, 1-2 ਮਹੀਨੇ ਤੋਂ ਬਾਅਦ ਜਦੋਂ ਇੱਕ ਵਾਰ ਸਰੀਰ ਸੈੱਟ ਹੋ ਜਾਏ, ਆਪਣਾ ਮੈਟਾਬੋਲਿਜ਼ਮ ਤੇ ਡਾਈਜੈਸ਼ਨ ਠੀਕ ਹੋ ਜਾਏ, ਹਫਤੇ 'ਚ ਆਪਾਂ 3 ਵਾਰ ਗਲਾਸੀ ਖੜਕਾ ਲਈਏ, ਥੋੜੀ ਕੁਆਂਟੀਟੀ ਖੜਕਾਈਏ, ਇੱਕ ਦਿਨ ਗੈਪ ਪਾਈਏ।
ਅੱਛਾ। ਕਿਉਂਕਿ ਜਦੋਂ ਆਪਾਂ ਗਲਾਸੀ ਖੜਕਾਉਂਦੇ ਹਾਂ, ਆਪਣਾ ਜਿਹੜਾ ਅਲਟੀਮੇਟਲੀ ਉਹ ਗਲਾਸੀ ਜਦੋਂ ਖੜਕਦੀ ਬਾਹਰ ਹੈ ਪਰ ਖੜਕਾਉਂਦੀ ਸਰੀਰ ਨੂੰ ਅੰਦਰੋਂ ਹੈ। ਹਾਂ ਬਿਲਕੁਲ ਸਹੀ। ਇਸ ਕਰਕੇ ਕਹਿੰਦੇ ਵੀ ਨਸ਼ੇ ਨਾ ਕਰੋ। ਯੈਸ, ਜਦੋਂ ਅੰਦਰੋਂ ਸਰੀਰ ਖੜਕਦਾ ਹੈ ਉਹ ਗਲਾਸੀ ਨਾਲ, ਤੇ ਜਿਹੜੀ ਬਾਡੀ ਦਾ ਸਾਡਾ ਲਿਵਰ ਹੈ ਜਿਹਦੇ ਤੇ ਇਫੈਕਟ ਹੁੰਦਾ ਹੈ, ਉਹ ਲਿਵਰ ਨੂੰ ਰੀਜਨਰੇਟ ਹੋਣ ਨੂੰ, ਠੀਕ ਹੋਣ ਨੂੰ, ਪੈਨਕ੍ਰੀਆਸ ਨੂੰ ਠੀਕ ਹੋਣ ਨੂੰ 1 ਦਿਨ ਲੱਗਦਾ ਹੈ। ਤੇ ਜੇ ਅਸੀਂ ਨਾਰਮਲੀ ਇੱਕ ਦਿਨ ਛੱਡ ਕੇ ਚੰਗੀ ਗਲਾਸੀ ਖੜਕਾਈਏ ਤੇ ਲੌਂਗ ਟਰਮ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਆਪਣਾ ਵਜਨ ਇੱਕ ਵਾਰ ਘਟ ਜੇ, ਆਪਾਂ ਬਿਲਕੁਲ ਫਿੱਟ ਹੋ ਜਾਈਏ, ਤੇ ਫਿਰ ਆਪਾਂ ਰੋਜ਼ ਹੀ ਗਲਾਸੀਆਂ ਖੜਕਾਉਣ ਲੱਗ ਜਾਈਏ, ਤੇ ਉਹਦੇ ਨਾਲ ਆਪਾਂ ਖਾਣ ਪੀਣ ਦਾ ਖਿਆਲ ਨਾ ਰੱਖੀਏ, ਬਿਲਕੁਲ ਸੈਰ ਬੰਦ ਕਰ ਦਈਏ। ਤੇ ਇਹ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਤੁਸੀਂ ਇੱਕ ਵਾਰ ਜਦੋਂ ਤੁਹਾਡਾ ਵਜਨ ਘਟ ਜਾਏਗਾ, ਮੈਟਾਬੋਲਿਜ਼ਮ ਠੀਕ ਹੋ ਜਾਏਗਾ, ਤੇ 10% ਆਪਣਾ ਖਿਆਲ ਰੱਖੋ। 24 ਘੰਟੇ ਚੋਂ ਜੇ ਆਪਾਂ 10% ਦੀ ਗੱਲ ਕਰੀਏ, ਸਿਰਫ 24 ਮਿੰਟ ਬਣਦੇ ਆ। ਬਿਲਕੁਲ ਸਹੀ। ਤੇ ਮੈਂ ਇਹ ਕਹਿਣ 'ਚ ਮੈਨੂੰ ਥੋੜ੍ਹਾ ਜਿਹਾ ਦੁੱਖ ਵੀ ਹੁੰਦਾ ਹੈ ਕਿ ਜੇ ਆਪਾਂ ਗੱਲ ਕਰੀਏ 100 ਚੋਂ 90% ਲੋਕ ਵੀ ਆਪਣੇ ਆਪ ਨੂੰ ਦਿਨ ਦੇ 24 ਘੰਟਿਆਂ ਚੋਂ 10% 24 ਮਿੰਟ ਆਪਣੀ ਹੈਲਥ ਲਈ ਨਹੀਂ ਦੇ ਪਾਉਂਦੇ। ਬਿਲਕੁਲ ਸਹੀ ਹੈ। ਤੇ ਇਹ ਜਿਹੜਾ ਮੈਸੇਜ ਹੈ ਇਹ ਆਪਾਂ ਸਾਰਿਆਂ ਨੂੰ, ਮੈਂ ਲੋਕਾਂ ਨੂੰ ਜਦੋਂ ਟਰੀਟ ਕਰਦਾ, ਉਹਨਾਂ ਦਾ ਇਲਾਜ ਕਰਦਾ, ਉਹਨਾਂ ਨੂੰ ਇਹ ਸਮਝਾਉਣਾ ਹੈ ਮੈਂ ਇੱਕ ਜ਼ਰੀਆ ਹੈ ਤੁਹਾਡੇ ਲਈ, ਤੁਹਾਡਾ ਮੈਟਾਬੋਲਿਜ਼ਮ ਠੀਕ ਕਰਨ ਲਈ ਜਿਹੜਾ ਮੈਨੂੰ ਕੰਮ ਬਖਸ਼ਿਆ ਗਿਆ ਹੈ ਉਹ ਮੈਂ ਕੰਮ ਕਰ ਰਿਹਾ, ਪਰ ਤੁਸੀਂ ਇਸ ਗੱਲ ਨੂੰ ਥੋੜ੍ਹਾ ਜਿਹਾ ਗੌਰ ਨਾਲ ਸੁਣੋ, ਆਪਣੀ ਜ਼ਿੰਦਗੀ 'ਚ ਥੋੜ੍ਹਾ ਜਿਹਾ ਬਦਲਾਵ ਕਰੋ, ਸਭ ਕੁਝ ਖਾਓ ਪੀਓ, ਪਰ ਥੋੜ੍ਹਾ ਜਿਹਾ ਦਿਨ ਦਾ 10% ਆਪਣੇ ਆਪ ਨੂੰ, ਆਪਣੀ ਸਿਹਤ ਨੂੰ ਦੇ ਦਿਓ ਤਾਂ ਕਿ ਠੀਕ ਰਹੋ। ਬਹੁਤ ਖੂਬ। ਇੱਕ ਹੋਰ ਦੱਸੋ ਵੀ ਇੱਕ ਵਾਰੀ ਭਾਰ ਘਟ ਗਿਆ, ਹਾਂਜੀ, ਤੇ ਫਿਰ ਦੁਬਾਰਾ ਕਦੀ ਵੀ ਪਹਿਲਾਂ ਵਾਂਗੂ ਮੋਟਾਪਾ ਨਹੀਂ ਆਊਗਾ ਸਰਜਰੀ ਤੋਂ ਬਾਅਦ? ਇੱਕ ਵਾਰ ਜਦੋਂ ਭਾਰ ਘਟ ਜੇ, ਜਦੋਂ ਇੱਕ ਵਾਰ ਕਿਸੇ ਦਾ 50 ਕਿਲੋ ਵਜਨ ਘਟ ਜੇ, ਜਦੋਂ ਕਿਸੇ ਨੂੰ ਕਿਸੇ ਦਾ 25 ਦੀ ਲੋੜ ਕੋਈ ਹੈ, 1.25 ਕੁਇੰਟਲ ਦਾ ਤੁਸੀਂ 80 ਤੇ ਲਿਆਂਦਾ, 75 ਤੇ ਲਿਆਂਦਾ, ਹਾਂਜੀ, ਉਸ ਤੋਂ ਬਾਅਦ ਸਾਲ ਬਾਅਦ, 2 ਸਾਲ ਬਾਅਦ, 5 ਸਾਲ ਬਾਅਦ, 10 ਸਾਲ ਬਾਅਦ, ਇਹ ਤਾਂ ਨਹੀਂ ਵੀ ਫੇਰ 1.25 ਤੇ ਆਜੂ ਜਾਂ ਕੁਇੰਟਲ ਤੇ ਆਜੂ? 1.25 ਤੇ ਉਹ ਕਦੇ ਨਹੀਂ ਵਾਪਸ ਆ ਸਕਦਾ ਕਿਉਂਕਿ ਮੈਟਾਬੋਲਿਜ਼ਮ ਠੀਕ ਹੋ ਜਾਂਦਾ ਹੈ। ਪਰ ਜੇ ਮੰਨ ਲਓ 10 ਸਾਲ ਦੇ ਅੰਦਰ ਅੰਦਰ ਉਹ ਫਿਰ ਆਪਣੀਆਂ ਪੁਰਾਣੀਆਂ ਆਦਤਾਂ ਤੇ ਚਲੇ ਜਾਣ, ਐਕਸਰਸਾਈਜ਼ 10% ਵੀ ਨਾ ਕਰਨ 24 ਘੰਟਿਆਂ ਦੀ, ਫਿਰ ਆਓ, ਫਿਰ ਕੀ ਹੋਏਗਾ? 75 ਤੋਂ 80, 80 ਤੋਂ 85। ਪਰ ਜੇ ਮੈਂ ਕਹਾਂ ਕਿ ਜੇ 90 ਤੇ ਵੀ ਆ ਗਿਆ 10 ਸਾਲ ਦੇ ਅੰਦਰ, ਤੇ ਹੁਣ ਸਾਡੀ ਕੈਲਕੂਲੇਸ਼ਨ ਕੀ ਕਹਿੰਦੀ ਹੈ? ਕਈ ਲੋਕੀ ਕਹਿਣਗੇ ਕਿ ਡਾਕਟਰ ਸਾਹਿਬ ਅਸੀਂ ਅੱਜ ਜੇ ਇਲਾਜ ਕਰਵਾਉਂਦੇ ਹਾਂ ਤੇ 10 ਸਾਲ ਬਾਅਦ ਜੇ ਸਾਡਾ 15-20 ਕਿਲੋ ਵਜਨ ਆ ਗਿਆ, ਦੈਟ ਮੀਨਸ ਕਿ 50% ਦਾ ਆਪਰੇਸ਼ਨ ਫੇਲ ਹੋ ਗਿਆ। ਇਹ ਲੋਕੀ ਸਾਨੂੰ ਸਵਾਲ ਪੁੱਛਦੇ ਆ। ਅਸੀਂ ਉਹਨਾਂ ਨੂੰ ਕਿਵੇਂ ਸਮਝਾਉਂਦੇ ਹਾਂ ਕਿ ਜਿਵੇਂ ਮੰਨ ਲਓ ਅੱਜ ਕਿਸੇ ਦੀ ਉਮਰ 50 ਸਾਲ ਹੈ, ਹੁਣ 50 ਸਾਲ ਕਿਸੇ ਦਾ 1.25 ਕੁਇੰਟਲ ਵਜਨ ਹੈ, ਤੇ ਉਹ ਸਾਡੇ ਕੋਲੇ ਆਏ, ਉਸ ਵਜਨ ਦੇ ਨਾਲ ਨਾਲ ਉਹਨਾਂ ਨੂੰ ਬਿਮਾਰੀਆਂ ਵੀ ਹੈ। ਅਸੀਂ ਉਹਨਾਂ ਦਾ ਇਲਾਜ ਕੀਤਾ, 6 ਮਹੀਨੇ 'ਚ ਉਹ ਬੰਦਾ 75 ਕਿਲੋ ਤੇ ਆ ਗਿਆ, 75 ਕਿਲੋ ਤੇ ਆ ਗਿਆ ਤੇ ਬਿਮਾਰੀਆਂ ਖਤਮ ਹੋ ਗਈਆਂ। ਹੁਣ ਜੇ ਉਹ ਕਹੇ ਕਿ ਆਪਰੇਸ਼ਨ 10 ਸਾਲ, ਕਿਉਂਕਿ ਲੋਕੀ ਜਦੋਂ ਗੱਲ ਕਰਦੇ ਹੋ ਨੈਗੇਟਿਵ ਚੀਜ਼ ਨੂੰ ਆਪਾਂ ਜ਼ਿਆਦਾ ਅਟਰੈਕਟ ਹੁੰਦੇ ਹਾਂ ਪੋਜ਼ਿਟਿਵਿਟੀ ਨਾਲੋਂ। ਲੋਕੀ 100 ਪੋਜ਼ਿਟਿਵ ਐਗਜ਼ਾਮਪਲ ਨਹੀਂ ਦੇਣਗੇ ਕਿ ਉਹ ਸਾਰੇ ਠੀਕ ਨੇ, ਇੱਕ ਨੈਗੇਟਿਵ ਐਗਜ਼ਾਮਪਲ ਬੰਦਾ ਮੇਰੇ ਤੇ ਸਾਹਮਣੇ ਰੱਖਦਾ ਕਿ ਡਾਕਟਰ ਸਾਹਿਬ ਉਹਦਾ ਵਜਨ ਵਾਪਸ ਆ ਗਿਆ ਸੀਗਾ। ਤੇ ਮੈਂ ਉਹਨਾਂ ਨੂੰ ਕਹਿਣਾ ਹੈ ਕਿ ਜੇ ਤੁਹਾਡਾ 50 ਸਾਲ ਦੀ ਉਮਰ 'ਚ ਆਪਰੇਸ਼ਨ ਤੋਂ ਬਾਅਦ 50 ਕਿਲੋ weight ਘਟੇ, ਬਿਮਾਰੀਆਂ ਠੀਕ ਹੋਣ, ਚਲੋ ਤੁਸੀਂ ਉਹ 1% 'ਚੋਂ ਆਉਂਦੇ ਹੋ ਜਿਨ੍ਹਾਂ ਦਾ 10 ਸਾਲ ਬਾਅਦ ਵਜਨ ਵਧੂਗਾ। ਪਰ ਜਿਹੜੇ 10 ਸਾਲ ਹੈ, 10 ਸਾਲ ਤੁਹਾਡੇ ਸਰੀਰ 'ਚ 50 ਕਿਲੋ ਦਾ ਲੋਡ ਘੱਟ ਸੀ ਤੇ ਬਿਮਾਰੀਆਂ ਘੱਟ ਸੀ, ਤੇ ਦੇਖਿਆ ਜਾਏ ਜੇ ਤੁਸੀਂ ਐਂ ਹੀ 60 ਤੱਕ ਪਹੁੰਚੋਗੇ ਉਸੇ ਲੋਡ ਨਾਲ ਤੇ ਉਸੇ ਬਿਮਾਰੀਆਂ ਨਾਲ, ਤੇ ਤੁਸੀਂ 60 ਤੋਂ 100 ਦਾ ਸਫ਼ਰ ਕਿਉਂ ਕਰ ਪਾਓਗੇ ਜਾਂ ਨਹੀਂ ਕਰ ਪਾਓਗੇ? ਜਾਂ ਤੁਸੀਂ ਆਪਰੇਸ਼ਨ ਕਰਾਣੇ ਹੈ ਤੇ ਤੁਸੀਂ ਉਹ 1% ਚਾਹੁੰਦੇ ਜਿੱਥੇ ਤੁਸੀਂ ਕਹਿ ਰਹੇ ਹੋ ਤੁਹਾਡਾ weight ਵਧੇਗਾ, ਤੇ ਵਧੇਗਾ ਵੀ ਕਿੰਨਾ? 10-15 ਕਿਲੋ। ਬਟ ਫਿਰ ਵੀ ਇਹ 10 ਸਾਲ ਤੁਹਾਡੇ ਸਰੀਰ ਤੇ ਲੋਡ ਘੱਟ ਰਿਹਾ, ਤੇ ਫਿਰ ਵੀ ਤੁਹਾਡੀ ਅੱਗੇ ਦੀ ਲਾਈਫ ਜ਼ਿਆਦਾ ਵਧੀਆ ਹੋਏਗੀ ਜੇ ਆਪਾਂ ਕੁਝ ਨਹੀਂ ਕਰਦੇ। ਯੈਸ, ਬਿਲਕੁਲ ਸਹੀ। ਪਿਛਲੇ ਲੰਮੇ ਸਮੇਂ ਤੋਂ ਤੁਸੀਂ ਇਸ ਖੇਤਰ ਦੇ ਵਿੱਚੋਂ, ਹਾਂਜੀ, ਤੇ ਲਗਾਤਾਰ ਲੋਕ ਮੋਟਾਪੇ ਦੇ ਤੇ ਹੋਰ ਕਈ ਰੋਗਾਂ ਦੇ ਸ਼ਿਕਾਰ ਵੀ ਹੋ ਰਹੇ ਆ। ਹਾਂਜੀ, ਜੇ ਤੁਸੀਂ ਆਪਦੇ ਕਿੱਤੇ ਦੇ ਵਿੱਚ ਹੀ ਇਮਾਨਦਾਰੀ ਨਾਲ ਸੋਚ ਕੇ ਦੱਸੋ ਵੀ ਯਾਰ 5 ਸਾਲ ਪਹਿਲਾਂ ਲੋਕਾਂ ਦਾ ਇਸ ਸਰਜਰੀ ਵੱਲ ਕਿੰਨਾ ਕੁ ਰੁਝਾਨ ਸੀ, ਤੇ 5 ਵਰ੍ਹਿਆਂ ਦੇ ਵਿੱਚ ਹੁਣ ਕਿੰਨਾ ਕੁ ਵਧਿਆ, ਕਿੰਨੇ ਕੁ ਫੀਸਦੀ ਵਾਧਾ ਹੋਇਆ ਜੀ? ਦੇਖੋ ਆਲਮੋਸਟ ਜੇ ਮੈਂ ਕਹਾਂ ਪਿਛਲੇ 5 ਸਾਲਾਂ 'ਚ ਆਲਮੋਸਟ 50%। ਜਿਵੇਂ ਅੱਜ ਤੋਂ 5 ਸਾਲ ਪਹਿਲਾਂ ਹੁਣ ਇਸ ਟਾਈਮ ਹਿੰਦੁਸਤਾਨ ਦੇ ਵਿੱਚ ਇਹ ਜਿਹੜੇ ਆਪਰੇਸ਼ਨਸ ਹੈ ਸਾਲ ਦੇ ਲਗਭਗ 15,000 ਤੋਂ ਉੱਪਰ ਹੋ ਰਹੇ ਨੇ। ਅੱਜ ਤੋਂ 10 ਸਾਲ ਪਹਿਲਾਂ 1000 ਹੁੰਦੇ ਸੀ, ਫਿਰ ਡਬਲ ਹੋਇਆ, ਟ੍ਰਿਪਲ ਹੋਇਆ। ਪਿਛਲੇ 5 ਸਾਲਾਂ 'ਚ ਬਹੁਤ ਅਵੇਅਰਨੈਸ ਹੋ ਗਈ ਹੈ, ਲੋਕਾਂ ਨੂੰ ਰਿਜ਼ਲਟਸ ਮਿਲ ਰਹੇ ਹੈ, ਕੰਪੈਰੀਜ਼ਨ ਹੁੰਦਾ ਹੈ, ਤੇ ਆਈ ਥਿੰਕ ਲੋਕੀ ਥੋੜ੍ਹੇ ਜਿਹੇ ਆਪਣੇ ਆਪ 'ਚ ਇੰਟੈਲੀਜੈਂਟ ਹੋ ਗਏ ਨੇ, ਸਰਚ ਕਰਦੇ ਨੇ, ਪੜ੍ਹਦੇ ਨੇ, ਤੇ ਜਿਵੇਂ ਜਿਵੇਂ ਪੇਸ਼ੈਂਟਸ ਦਾ ਪੂਲ ਵੱਧਦਾ ਜਾ ਰਿਹਾ ਹੈ,
ਸਿਰਫ ਮੇਰੇ ਹੀ ਪੇਸ਼ੈਂਟਸ ਨਹੀਂ, ਬਾਕੀ ਡਾਕਟਰਸ ਦੇ ਵੀ ਪੇਸ਼ੈਂਟਸ। ਅਲਟੀਮੇਟਲੀ ਤਾਂ ਗੱਲ ਇਹ ਹੁੰਦੀ ਹੈ ਕਿ ਜਦੋਂ ਆਪਾਂ ਗੱਡੀ ਲੈਣੀ ਹੈ ਜਾਂ ਜਦੋਂ ਆਪਾਂ ਆਪਰੇਸ਼ਨ ਕਰਾਉਣਾ ਹੈ, ਮੇਕ ਕੋਈ ਵੀ ਲੈ ਲਈਏ, ਅਲਟੀਮੇਟਲੀ ਗੱਡੀ ਰਹੇਗੀ, ਆਪਰੇਸ਼ਨ ਰਹੇਗਾ। ਐਸ ਫਾਰ ਐਜ਼ ਗੱਡੀ ਦਾ ਮੇਕ ਵਧੀਆ ਹੈ ਤੇ ਆਪਰੇਸ਼ਨ ਦਾ ਡਾਕਟਰ ਵਧੀਆ ਹੈ, ਰਿਜ਼ਲਟਸ ਚੰਗੇ ਹੀ ਰਹਿਣਗੇ। ਸੋ ਮੇਰੀ ਸਾਰਿਆਂ ਨੂੰ ਇਹੀ ਕੋਸ਼ਿਸ਼ ਹੁੰਦੀ ਹੈ, ਜਿਹੜੇ ਵੀ ਮੈਨੂੰ ਪੇਸ਼ੈਂਟਸ ਮਿਲਣ, ਜਿਹੜੇ ਮੇਰੇ ਤੋਂ ਆਪਰੇਸ਼ਨ ਕਰਾਉਣ ਜਾਂ ਨਾ ਕਰਾਉਣ, ਮੈਂ ਉਹਨਾਂ ਨੂੰ ਜਦੋਂ ਮੇਰੇ ਕੋਲ ਉੱਠ ਕੇ ਜਾਂਦੇ ਆ, ਮੈਂ ਇਹੀ ਕਹਿਣਾ ਕਿ ਤੁਹਾਨੂੰ ਇਸ ਆਪਰੇਸ਼ਨ ਦੀ ਲੋੜ ਹੈ ਤੇ ਜੇ ਆਪ ਜੀ ਇਹ ਆਪਰੇਸ਼ਨ ਕਰਵਾ ਲਓਗੇ ਤੇ ਤੁਹਾਡੀ ਜ਼ਿੰਦਗੀ ਸਫਲ ਹੋ ਜਾਊਗੀ। ਜੇ ਇਹ ਮੌਕਾ ਮੈਨੂੰ ਮਿਲੇਗਾ ਤਾਂ ਮੈਂ ਚੰਗਾ ਨਿਭਾਊਂਗਾ, ਵਰਨਾ ਕਿਸੇ ਹੋਰ ਦੀ ਜ਼ਿੰਮੇਵਾਰੀ ਲਾ ਦਿਓ ਤੇ ਪਰ ਜ਼ਰੂਰ ਇਲਾਜ ਕਰਾਓ। ਬਹੁਤ ਖੂਬ, ਬਿਲਕੁਲ ਸਹੀ ਗੱਲ ਹੈ। ਤਲੀਆਂ ਚੀਜ਼ਾਂ ਤੋਂ ਲੋਕ, ਮੈਂ ਦੇਖਿਆ, ਮੈਂ ਜਿੰਨਾ ਕੁ ਲੋਕਾਂ ਨੂੰ ਮੈਂ ਜਾਣਦਾ, ਥੋੜੇ ਜਿਹੇ ਤਲੀਆਂ ਚੀਜ਼ਾਂ ਤੋਂ ਲੋਕ ਪਰਹੇਜ਼ ਵੀ ਕਰਨ ਲੱਗ ਗਏ ਆ ਕੁਝ ਹੱਦ ਤੱਕ। ਬਿਲਕੁਲ, ਕਈਆਂ ਨੂੰ ਤਾਂ ਦੇਖੋ ਉਮਰ ਦਾ ਪੜਾਅ ਵੀ ਹੁੰਦਾ, ਇੱਕ ਉਮਰ ਦੇ ਵਿੱਚ ਤਲੀਆਂ ਚੀਜ਼ਾਂ, ਭੜਕੀਲੀਆਂ ਜਿਹੀਆਂ ਚੀਜ਼ਾਂ, ਆ 버ਗਰ ਪੀਜ਼ਾ ਜਿਹੇ ਬੜੇ ਚੰਗੇ ਲੱਗਦੇ ਆ, ਪਰ ਹੌਲੀ ਹੌਲੀ ਖੜਾ ਛਡਾਉਣਾ ਵੀ ਪੈਂਦਾ ਤੇ ਛਡਾਉਣਾ ਵੀ ਚਾਹੀਦਾ। ਉਹ ਜਿਵੇਂ ਮੇਰਾ ਇੱਕ ਸਾਥੀ ਹੈ, ਉਹ ਕਹਿੰਦਾ ਵੀ ਜਦੋਂ 45 ਸਾਲ ਦੀ ਉਮਰ ਹੋ ਜੇ ਨਾ, ਉਹਦੇ ਤੋਂ ਬਾਅਦ ਖੰਡ ਆਪੇ ਹੀ ਘਟਾ ਦਿਓ, ਨਹੀਂ ਤਾਂ ਇੱਕ ਦਿਨ ਪੱਕੇ ਤੌਰ ਤੇ ਬੰਦ ਹੋਊਗੀ। ਬਿਲਕੁਲ ਮੰਨਦੇ ਹੋ ਕਿ ਭਾਈ ਲੋਕਾਂ ਦੇ ਵਿੱਚ ਹੈਲਥ ਕੌਨਸ਼ੀਅਸ ਆ ਜਿਹੜਾ ਉਹ ਹੋ ਰਿਹਾ ਹੁਣ? ਬਹੁਤ ਵੈਸੇ ਫ਼ਰਕ ਪੈ ਗਿਆ। ਅੱਜ ਤੋਂ ਤੁਸੀਂ 15 ਸਾਲ ਤੇ ਹੁਣ ਦਾ ਟਾਈਮ ਦੇਖੋਗੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਹੁਣ ਅਸੀਂ ਪੰਜਾਬ ਨੂੰ ਦੇ ਦੇਖੀਏ, ਹੁਣ ਹਾਈਵੇਜ਼ ਬਹੁਤ ਹੋ ਗਏ ਹੈ। ਹੁਣ ਇਹ ਸਬਵੇ, ਹੁਣ ਜੇ ਆਪਾਂ ਕਹੀਏ ਮੈਕਡੋਨਲਡਸ ਤੇ KFC, ਇੱਥੇ ਸਾਰਾ ਕੁਝ ਆਪਾਂ ਨੂੰ ਫਰਾਈਡ ਮਿਲਦਾ ਹੈ, 버ਗਰ ਦੇ ਫਾਰਮ 'ਚ ਮਿਲਦਾ ਹੈ। ਸਬਵੇ ਫਿਰ ਵੀ ਹੈਲਦੀ ਹੈ, ਆਪਾਂ ਵੀ ਸਬਵੇ ਦਾ ਖਾਇਆ ਹੋਇਆ ਆਪਾਂ ਸਾਰਿਆਂ ਨੇ। ਤੇ ਹੁਣ ਦੇਖੋ, ਅੱਜ ਤੋਂ ਪਹਿਲਾਂ 2 ਸਾਲ ਪਹਿਲਾਂ ਜਦੋਂ ਇਹ ਸਬਵੇ ਦੀ ਚੇਨ ਪੰਜਾਬ ਦੇ ਇਹੋ ਜਿਹੇ ਰੂਟਸ ਤੇ ਲੱਗੀ ਕਿ ਜਦੋਂ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਹ ਪਿੰਡਾਂ 'ਚ ਜੱਟ ਜਾਂ ਸ਼ਹਿਰ ਦੇ ਲੋਕ 버ਗਰ ਨੂੰ ਛੱਡ ਕੇ ਸਬਵੇ ਖਾਣਗੇ। ਪਰ ਅੱਜ ਤੁਸੀਂ ਸਬਵੇ 'ਚ ਜਾਓ, ਤੁਹਾਨੂੰ ਬਾਰੀ ਨਹੀਂ ਮਿਲਦੀ, ਤੁਹਾਨੂੰ ਸਬਵੇ ਦੀ ਵੇਟਿੰਗ ਜ਼ਿਆਦਾ ਹੋ ਗਈ ਹੈ ਐਜ਼ ਕੰਪੇਅਰ ਟੂ ਮੈਕਡੋਨਲਡ ਤੇ KFC ਦੀ। ਤੇ ਲੋਕਾਂ 'ਚ ਚੇਂਜ ਆ ਰਿਹਾ ਹੈ। ਬਾਕੀ ਯੈਸ, ਐਜੂਕੇਸ਼ਨ ਦਾ ਫਰਕ ਪੈ ਰਿਹਾ ਹੈ, ਮੀਡੀਆ 'ਚ ਫਰਕ ਪੈ ਰਿਹਾ ਹੈ, ਆਪਾਂ ਕਿਵੇਂ ਉਹਨਾਂ ਨੂੰ ਅਵੇਅਰ ਕਰ ਰਹੇ ਹਾਂ ਉਹ ਫਰਕ ਪੈ ਰਿਹਾ ਹੈ। ਤੇ ਆਈ ਥਿੰਕ ਓਵਰਆਲ ਲੋਕ ਸਮਝ ਰਹੇ ਹੈ ਕਿ ਹੁਣ ਆਪਣੀ ਹੈਲਥ ਆਪਣੇ ਕੰਟਰੋਲ 'ਚ ਲਿਆਈਏ। ਕੋਵਿਡ ਵੀ ਇੱਕ ਇਹੋ ਜਿਹਾ ਟਾਈਮ ਸੀ ਜਿਹਦੇ 'ਚ ਲੋਕਾਂ ਨੂੰ ਆਪਣੀ ਹੈਲਥ ਨੂੰ ਸੋਚਣ ਲਈ ਮਜਬੂਰ ਕਰਤਾ ਕਿ ਹੁਣ ਅਸੀਂ ਟਾਈਮ ਮਿਲ ਗਿਆ, ਸਾਰੀ ਦੁਨੀਆ ਰੁਕ ਗਈ, ਕਾਰੋਬਾਰ ਰੁਕਿਆ ਤੇ ਲੋਕਾਂ ਨੇ ਸਿਰਫ ਆਪਣੀ ਹੈਲਥ ਬਾਰੇ ਸੋਚਿਆ। ਆਈ ਥਿੰਕ ਅੱਜ ਦੀ ਡੇਟ 'ਚ ਠੀਕ ਹੈ, ਹਰ ਇਨਸਾਨ ਨੂੰ ਆਪਣੀ ਕੈਪੈਸਿਟੀ ਨਾਲ ਪੂਰਾ ਕੰਮ ਕਰਨਾ ਚਾਹੀਦਾ ਹੈ। ਜਿਸ ਕੰਮ ਲਈ ਤੁਸੀਂ ਬਣੇ ਹੋ, ਜਿਸ ਕੰਮ ਲਈ ਤੁਸੀਂ ਜਨਮ ਲਿੱਤਾ ਹੈ, ਉਹਨੂੰ ਆਪਣੇ ਜਨਮ ਨੂੰ ਸਫਲ ਜ਼ਰੂਰ ਕਰਨਾ ਚਾਹੀਦਾ ਹੈ। ਬਟ ਜੇ ਆਪਾਂ ਹੈਲਦੀ ਹਾਂ ਤਾਂ ਹੀ ਆਪਾਂ ਕੰਮ ਕਰ ਸਕਦੇ ਹਾਂ। ਜੇ ਆਪਾਂ ਹੈਲਦੀ ਨਹੀਂ ਤੇ ਆਪਾਂ ਨਾ ਆਪਣੇ ਲਈ ਕਰ ਸਕਦੇ ਹਾਂ ਨਾ ਕਿਸੇ ਹੋਰ ਲਈ ਕਰ ਸਕਦੇ। ਬਹੁਤ ਖੂਬ। ਡਾਕਟਰ ਸਾਹਿਬ, ਮੈਂ ਜਦੋਂ ਵੀ ਤੁਹਾਡੇ ਨਾਲ ਇੱਥੇ ਬਹਿ ਕੇ ਇੰਟਰਵਿਊ ਕਰਦਾ ਨਾ, ਪਹਿਲਾ ਦਰਸ਼ਕ ਤੁਹਾਡਾ ਮੈਂ ਹੁੰਨਾ। ਹਾਂਜੀ। ਤੇ ਮੈਂ ਤਾਂ ਆਪ ਕੁਛ ਨਾ ਕੁਛ ਸਿੱਖ ਕੇ ਜਾਂਦਾ ਵੀ ਯਾਰ ਹੁਣ ਕੀ ਖਾਣਾ ਚਾਹੀਦਾ, ਕੀ ਨਹੀਂ ਖਾਣਾ ਚਾਹੀਦਾ, ਤੇ ਮੈਨੂੰ ਬੜਾ ਚੰਗਾ ਲੱਗਦਾ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਫਿਰ ਸਟੂਡੀਓ ਦੇ ਵਿੱਚ ਆਏ। ਤੇ ਮੇਰੀ ਬੇਨਤੀ ਆ ਵੀ ਹਰ ਬੰਦਾ ਆਪਦੀ ਸਿਹਤ ਦੇ ਲਈ ਫਿਕਰਮੰਦ ਵੀ ਰਹੇ। ਸਿਹਤ ਨਾਲੋਂ ਚੰਗੀ ਚੀਜ਼ ਕੋਈ ਨਹੀਂ, ਜਾਨ ਹੈ ਤਾਂ ਜਹਾਨ ਹੈ। ਤੰਦਰੁਸਤੀ ਹੈ ਜਿਹੜੀ, ਉਹ ਤੁਹਾਡਾ ਇੱਕ ਬਹੁਤ ਵੱਡੀ ਨਿਆਮਤ ਆ ਤੁਹਾਡੇ ਲਈ। ਤੰਦਰੁਸਤੀ ਵਰਗੀ ਰੀਸ ਕੋਈ ਨਹੀਂ। ਤੇ ਜੇਕਰ ਤੁਸੀਂ ਢਿੱਲੇ ਮੱਠੇ ਹੁੰਨੇ, ਬਿਮਾਰ ਰਹਿੰਦੇ ਹੋ, ਤੇ ਫਿਰ ਭਾਈ ਉਹਦੇ ਵਾਂਗੂ ਬੁੱਧਲ ਵੀ ਕੋਈ ਨਹੀਂ। ਸੋ ਇਸ ਕਰਕੇ ਜੇਕਰ ਤੁਹਾਡਾ ਖੇਤਰਫਲ ਬਹੁਤ ਵੱਧ ਗਿਆ, ਮੋਟਾਪਾ ਬਹੁਤ ਜ਼ਿਆਦਾ ਆ ਗਿਆ, ਤਾਂ ਡਾਕਟਰ ਅਮਿਤ ਸੂਦ ਸਾਹਿਬ ਦੇ ਨਾਲ ਮੁਲਾਕਾਤ ਕਰ ਲਓ। ਤੇ ਥੱਲੇ ਸਕਰੀਨ ਦੇ ਉੱਤੇ ਨੰਬਰ ਦਿੱਤੇ ਹੋਏ ਆ, ਇਹਨਾਂ ਦੇ ਉੱਤੇ ਟੱਲੀ ਖੜਕਾ ਕੇ ਤੇ ਇਹਨਾਂ ਨੂੰ ਮਿਲ ਲਓ। ਹੁਣ ਜਲੰਧਰ ਦੇ ਵਿੱਚ ਵੀ OPD ਸ਼ੁਰੂ ਕੀਤੀ ਆ, ਪੰਜਾਬ ਦੇ ਬਾਕੀ ਵੱਖ-ਵੱਖ ਹਿੱਸਿਆਂ ਦੇ ਵਿੱਚ ਵੀ ਹੈਗੀ ਆ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇੱਕ ਵਾਰੀ ਫੇਰ ਆਏ। ਸ਼ੁਕਰੀਆ, ਥੈਂਕ ਯੂ ਆਲ। ਸੋ ਦੋਸਤੋ, ਇਹ ਸਨ ਡਾਕਟਰ ਅਮਿਤ ਸੂਦ, ਜਿਨ੍ਹਾਂ ਨੇ ਜਾਣਕਾਰੀਆਂ ਦਿੱਤੀਆਂ ਵੀ ਭਾਈ ਭਾਰ ਕਿਵੇਂ ਘਟਾਉਣਾ ਚਾਹੀਦਾ ਤੇ ਘਟੇ ਹੋਏ ਭਾਰ ਦੇ ਕਿੰਨੇ ਕੁ ਫਾਇਦੇ ਆ। ਉਮੀਦ ਹੈ ਗੱਲਬਾਤ ਪਸੰਦ ਆਈ ਹੋਏਗੀ। ਹੁਣ ਦਿਓ ਆਗਿਆ, ਬਹੁਤ ਬਹੁਤ ਧੰਨਵਾਦ।